हाँ जी, दोबारा करो। बहुत ही सत्कारयोग ਸਾਹਿਤਕਾਰ ਪੱਤਰਕਾਰ ਸਾਥੀਓ, ਅਸੀਂ ਅੱਜ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ 52 ਵੀਰਾਂ ਸਾਹਿਤਕਾਰਾਂ ਨੂੰ ਸਮਰਪਿਤ ਗੁਰੂ ਕਾਸ਼ੀ ਸਾਹਿਤ ਅਕੈਡਮੀ ਦਮਦਮਾ ਸਾਹਿਬ ਦੀ ਪੂਰਨ ਤੌਰ ਤੇ ਸਥਾਪਨਾ ਕਰਨ ਦੀ ਖੁਸ਼ੀ ਲੈ ਰਹੇ ਹਾਂ। ਸਿਹਤ, ਸਿੱਖਿਆ, ਸਾਹਿਤ, ਸੱਭਿਆਚਾਰ ਤੇ ਸਮਾਜ ਸੇਵਾ ਦੇ 5 ਸੱਸਿਆਂ ਨੂੰ ਸਮਰਪਿਤ ਸੰਸਥਾ गोविंद ऑर्गेनाइजेशंस ऑफ अर्बन एंड रूरल एक्टिविटीज़ वेलफेयर सोसाइटी रजिस्टर्ड दमदमा साहब की स्थापना सर्टिफिकेट ऑफ सोसाइटीज़ एक्ट 21 ऑफ 1860 अनुसार रजिस्टर्ड नंबर 043 ऑफ 2004 ਨੂੰ ਮਿਤੀ 6 ਜੁਲਾਈ 2004 ਨੂੰ ਕੀਤੀ ਗਈ ਸੀ, ਜਿਸ ਦੀ ਸਾਹਿਤ ਮੱਧ ਹੇਠ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 52 ਕਵੀਆਂ ਨੂੰ ਸਮਰਪਿਤ ਗੁਰੂ ਕਾਸ਼ੀ ਸਾਹਿਤ ਸਭਾ ਰਜਿਸਟਰਡ ਤਲਵੰਡੀ ਸਾਬੋ ਹੋਂਦ ਵਿੱਚ ਆਈ ਸੀ, ਜਿਸ ਦਾ ਨੰਬਰ ਹੈ 527 ਆਫ 2006 ਮਿਤੀ 13 ਦਸੰਬਰ 2006 ਨੂੰ ਇਹ ਸੰਸਥਾ ਰਜਿਸਟਰਡ ਕਰਾਈ ਗਈ ਸੀ। ਇਸ ਤੋਂ ਇਲਾਵਾ ਗੋਰਾ ਪਬਲੀਕੇਸ਼ਨ ਦਮਦਮਾ ਸਾਹਿਬ ਪੁਸਤਕਾਂ ਪ੍ਰਕਾਸ਼ਨ ਦੇ ਤੌਰ ਤੇ ਕਾਰਜਸ਼ੀਲ ਹੈ। ਕਵਿਸ਼ਰੀ ਵਿਕਾਸ ਮੰਚ ਰਜਿਸਟਰਡ ਤਲਵੰਡੀ ਸਾਬੋ ਕੇਵਲ ਕਵਿਸ਼ਰੀ ਵਿਧਾ ਨੂੰ ਪ੍ਰਫੁੱਲਿਤ ਕਰਨ ਲਈ ਕਾਇਮ ਕੀਤਾ ਗਿਆ ਹੈ। ਗੋਬਿੰਦ ਆਰਗੇਨਾਈਜੇਸ਼ਨ ਰਜਿਸਟਰਡ ਦਮਦਮਾ ਸਾਹਿਬ, ਜੋ ਕਿ 5 ਸੱਸਿਆਂ ਨੂੰ ਸਮਰਪਿਤ ਸਿਹਤ, ਸਿੱਖਿਆ, ਸਾਹਿਤ, ਸੱਭਿਆਚਾਰ ਤੇ ਸਮਾਜ ਸੇਵਾ ਦੇ 5 ਸੱਸਿਆਂ ਨੂੰ ਸਮਰਪਿਤ ਮੁੱਢ ਸੰਸਥਾ ਹੈ, ਦੀ ਸਾਹਿਤ ਮੱਧ ਹੇਠ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 52 ਵੀਰਾਂ ਸਾਹਿਤਕਾਰਾਂ, ਕਵੀਆਂ, ਲੇਖਕਾਂ, ਬੁੱਧੀਜੀਵੀਆਂ ਨੂੰ ਸਮਰਪਿਤ ਗੁਰੂ ਕਾਸ਼ੀ ਸਾਹਿਤ ਅਕੈਡਮੀ ਦਮਦਮਾ ਸਾਹਿਬ, ਜਿਸ ਦੀ ਕਿ ਫਾਰਮਲ ਸਥਾਪਨਾ ਪਿਛਲੇ 47 ਸਮਾਗਮਾਂ ਤੇ ਕਰ ਦਿੱਤੀ ਗਈ ਸੀ, ਹੁਣ ਮਿਤੀ 6 ਜੁਲਾਈ 2021 ਨੂੰ 47 ਤੇ ਮੁੱਖ ਅਹੁਦੇਦਾਰਾਂ ਦੀਆਂ ਨਾਮਜ਼ਦਗੀਆਂ ਕਵੀਆਂ, ਸਾਹਿਤਕਾਰਾਂ, ਲੇਖਕਾਂ, ਬੁੱਧੀਜੀਵੀਆਂ ਨੂੰ ਮੈਂਬਰ ਬਣਾਉਂਦੇ ਹੋਇਆਂ 7 ਸਾਹਿਤਕ ਤੇ ਸਮਾਜਿਕ ਸੰਸਥਾਵਾਂ ਪੰਜਾਬ ਦੀ ਪ੍ਰਵਾਨਗੀ ਨਾਲ ਸਥਾਪਤੀ ਸੰਗਠਨ ਕੀਤਾ ਜਾਂਦਾ ਹੈ, ਜਿਸ ਵਿੱਚ ਹਰੇਕ ਮੋਢੀ ਮੈਂਬਰ ਘੱਟੋ ਘੱਟ ਇੱਕ ਪੁਸਤਕ ਦਾ ਰਚੇਤਾ, ਸਾਹਿਤਕਾਰ ਜਾਂ ਅਖਬਾਰਾਂ, ਰਸਾਲਿਆਂ ਵਿੱਚ ਸਾਹਿਤਕ ਤੌਰ ਤੇ ਛਾਪਦਾ ਆ ਰਿਹਾ ਲੇਖਕ ਹੀ ਸ਼ਾਮਲ ਕੀਤਾ ਗਿਆ ਹੈ। ਸਭਾਵਾਂ 'ਚੋਂ ਲਏ ਮੋਢੀ ਮੈਂਬਰ 52 ਹਨ, ਜਿਨ੍ਹਾਂ 'ਚੋਂ ਹੇਠ ਲਿਖੇ ਤਰੀਕੇ ਨਾਲ ਅਹੁਦੇਦਾਰਾਂ ਤੇ ਕਾਰਜਕਾਰਨੀ ਦੇ ਮੈਂਬਰਾਂ ਨੂੰ ਨਾਮਜ਼ਦ ਕੀਤਾ ਗਿਆ ਹੈ। ਸਾਡੀ ਗੁਰੂ ਕਾਸ਼ੀ ਸਾਹਿਤ ਅਕੈਡਮੀ ਦਮਦਮਾ ਸਾਹਿਬ ਦੇ ਮੈਰਿਟ ਅਨੁਸਾਰ ਥਾਪੇ ਗਏ ਜਨਰਲ ਸਕੱਤਰ ਭੁਪਿੰਦਰ ਪੰਨੀਵਾਲੀਆ ਜੀ, ਪ੍ਰਧਾਨ ਪੰਜਾਬੀ ਸਾਹਿਤ ਸਭਾ ਕਾਲਿਆਂਵਾਲੀ ਔਰ ਸੰਚਾਲਕ ਤਸਵੀਰ ਪ੍ਰਕਾਸ਼ਨ ਕਾਲਿਆਂਵਾਲੀ, ਉਹ ਅਹੁਦੇਦਾਰਾਂ ਦੀ ਲਿਸਟ ਪੜ੍ਹਨਗੇ। ਭੁਪਿੰਦਰ ਪੰਨੀਵਾਲੀਆ ਜੀ। ਮੁੱਖ ਸਰਪ੍ਰਸਤ ਹੈ ਜੀ ਇਹਦੇ ਗਿਆਨੀ ਸਵਰਗੀ ਗਿਆਨੀ ਬਲਵੰਤ ਸਿੰਘ ਕੋਠਾ ਗੁਰੂ, ਸਵਰਗੀ ਮੁੱਖ ਸਰਪ੍ਰਸਤ ਪ੍ਰੋਫੈਸਰ ਕਰਮ ਸਿੰਘ ਭੁੰਦੜ, ਸਰਪ੍ਰਸਤ ਗਿਆਨੀ ਕੌਰ ਸਿੰਘ ਕੋਠਾ ਗੁਰੂ, ਮੁੱਖ ਸਲਾਹਕਾਰ ਹਰਵਿੰਦਰ ਸਿੰਘ ਖਾਲਸਾ, ਪ੍ਰਧਾਨ ਹਰਗੋਬਿੰਦ ਸਿੰਘ ਸ਼ੇਖਪੁਰੀਆ, ਸੀਨੀਅਰ ਮੀਤ ਪ੍ਰਧਾਨ ਦਰਸ਼ਨ ਸਿੰਘ ਪ੍ਰੀਤੀਮਾਨ, ਮੀਤ ਪ੍ਰਧਾਨ ਹਰਿਆਣਾ ਗੁਰਦਾਸ ਸਿੰਘ ਪਾਲਣਾ, ਮੀਤ ਪ੍ਰਧਾਨ ਵਿਦੇਸ਼ ਤਰਨਦੀਪ ਸਿੰਘ ਬਿਲਾਸਪੁਰ, ਮੀਤ ਪ੍ਰਧਾਨ ਮਾਸਟਰ ਭੁਪਿੰਦਰ ਸਿੰਘ ਮਾਨ, ਮੀਤ ਪ੍ਰਧਾਨ ਮਾਸਟਰ ਜਸਮੀਤ ਸਿੰਘ ਵਹਿਣੀਵਾਲ, ਮੀਤ ਪ੍ਰਧਾਨ ਪ੍ਰੋਫੈਸਰ ਸੁਸ਼ੀਲ ਕੁਮਾਰ, ਜਨਰਲ ਸਕੱਤਰ ਭੁਪਿੰਦਰ ਸਿੰਘ ਪੰਨੀਵਾਲੀਆ, ਸਕੱਤਰ ਦਰਸ਼ਨ ਸਿੰਘ ਭੰਮੇ, ਵਿੱਤ ਸਕੱਤਰ ਬਲਜਿੰਦਰ ਸਿੰਘ ਜੌੜਕੀਆਂ, ਕਾਨੂੰਨੀ ਸਲਾਹਕਾਰ ਸਤਵਿੰਦਰ ਸਿੰਘ ਧਨੋਆ, ਕਾਨੂੰਨੀ ਸਲਾਹਕਾਰ ਗੁਰਮੀਤ ਸਿੰਘ ਖਾਲਸਾ ਕਾਲਾਂਵਾਲੀ, ਸਲਾਹਕਾਰ ਪ੍ਰਿੰਸੀਪਲ ਜਗਦੇਵ ਸਿੰਘ ਸਿੱਧੂ, ਪ੍ਰਚਾਰ ਸਕੱਤਰ ਸੁਖਮੰਦਰ ਸਿੰਘ ਭਾਗੀਵਾਂਦਰ, ਐਡੀਟਰ ਸੁਦਰਸ਼ਨ ਗਰਗ, ਪ੍ਰੈਸ ਸਕੱਤਰ ਵਿਦੇਸ਼ ਮੰਗਤ ਕੁਲਜਿੰਦ, ਪ੍ਰੈਸ ਸਕੱਤਰ ਗੁਰਪ੍ਰੇਮ ਸਿੰਘ ਲਹਿਰੀ। ਤੇ ਇਸ ਤੋਂ ਬਾਅਦ ਕਾਰਜਕਾਰਨੀ ਮੈਂਬਰ ਹੈ ਪ੍ਰੋਫੈਸਰ ਗੁਰਜੀਤ ਸਿੰਘ ਗੁਰੂ ਕਾਸ਼ੀ ਯੂਨੀਵਰਸਿਟੀ ਦਮਦਮਾ ਸਾਹਿਬ, ਪ੍ਰੋਫੈਸਰ ਨਵਸੰਜੀਤ ਸਿੰਘ ਕਾਲਜ ਯੂਨੀਵਰਸਿਟੀ ਦਮਦਮਾ ਸਾਹਿਬ, ਡਾਕਟਰ ਬਲਵਿੰਦਰ ਸਿੰਘ ਟੈਕਨੀਕਲ ਯੂਨੀਵਰਸਿਟੀ ਬਠਿੰਡਾ, ਪ੍ਰੋਫੈਸਰ ਬਲਜੀਤਪਾਲ ਸਿੰਘ ਸਾਬਕਾ ਲੈਕਚਰਰ, ਡਾਕਟਰ ਸਿਕੰਦਰ ਸਿੰਘ ਸਿੱਧੂ ਲੈਕਚਰਰ, ਅਜੀਤਪਾਲ ਸਿੰਘ ਕਾਲਾਂਵਾਲੀ, ਜੀਤ ਸਿੰਘ ਚਹਿਲ, ਅਜਮੇਰ ਸਿੰਘ ਦੀਵਾਨਾ, ਗੁਰੀ ਆਦੀਵਾਲ, ਸਿਮਰਜੀਤ ਕੌਰ ਸਿਮਰ, ਸ਼ਿਵਨਾਥ ਦਰਦੀ, ਦਵਿੰਦਰ ਸਿੰਘ
ਦਵਿੰਦਰ ਖੁਸ਼ ਧਾਲੀਵਾਲ, ਦਵਿੰਦਰ ਖੁਸ਼ ਧਾਲੀਵਾਲ, ਸੁਖਵੀਰ ਕੌਰ ਸਰਾਂ, ਗੁਰਜੀਤ ਸਿੰਘ ਜਟਾਣਾ ਮੈਨੇਜਰ, ਮਾਸਟਰ ਕਰਨੈਲ ਸਿੰਘ ਰਿਟਾਇਰਡ ਮੁੱਖ ਅਧਿਆਪਕ, ਸਿਕੰਦਰ ਚੰਦਪਾਨ, ਜਸਵੀਰ ਸਿੰਘ ਫੀਰਾ। ਇਹਨਾਂ ਜਿਹੜੇ ਅਹੁਦੇਦਾਰ ਹੈਗੇ ਆ, ਇਹਨਾਂ ਨੂੰ ਮੈਂ ਸਾਰਿਆਂ ਨੂੰ ਆਪਣੇ ਵੱਲੋਂ ਵਧਾਈ ਦਿੰਦਾ ਤੇ ਨਾਲ ਹੀ ਸ਼ੇਖਪੁਰੀਆ ਜੀ ਦੇ ਜਿਹੜਾ ਉਦਮ ਕੀਤਾ ਇਹਨਾਂ ਨੇ ਉਹਨੂੰ ਮੈਂ ਸਲਾਮ ਕਰਦਾ, ਕਿਉਂਕਿ ਜੇਕਰ ਅੱਜ ਚੇਤਨਾ ਬਣਾਉਣੀ ਅਸੀਂ ਤਾਂ ਸਾਹਿਤ ਦਾ ਫੈਲਾਅ ਬਹੁਤ ਜ਼ਰੂਰੀ ਹੈ। ਇਸ ਵਾਸਤੇ ਸਾਰਾ ਇੱਕ ਬਹੁਤ ਵੱਡਾ ਉਦਮ ਹੈ। ਇੱਕ ਸਾਹਿਤ ਸਭਾ ਜਾਂ ਇੱਕ ਛੋਟੀ ਸੰਸਥਾ ਚਲਾਉਣੀ ਤਾਂ ਬਹੁਤ ਸੌਖਾ ਕੰਮ ਹੈ, ਪਰ ਅਕਾਦਮੀ ਬਣਾ ਕੇ ਉਹਨੂੰ ਚਲਾਉਣਾ ਤੇ ਅਕਾਦਮਿਕ ਕੰਮ ਕਰਨੇ ਇਹ ਇੱਕ ਬਹੁਤ ਵੱਡਾ ਤੇ ਚੁਣੌਤੀਪੂਰਨ ਕੰਮ ਹੈ। ਪਰ ਸ਼ੇਖਪੁਰੀਆ ਜੀ ਨੇ ਜੇ ਉਦਮ ਕੀਤਾ ਹੈ ਤਾਂ ਔਖਾ ਵੀ ਨਹੀਂ ਹੁੰਦਾ। ਇਹ ਜੇ ਸਾਰੀ ਟੀਮ ਲੱਗ ਕੇ ਇਹਨਾਂ ਨਾਲ ਕੰਮ ਕਰੂਗੀ ਤਾਂ ਇਹ ਕੋਈ ਬੜਾ ਵੱਡਾ ਕੰਮ ਨਹੀਂ, ਕਿਉਂਕਿ ਦੂਜੀਆਂ ਜਿਹੜੀਆਂ ਹੈਗੀਆਂ ਸੰਸਥਾਵਾਂ ਜਿਵੇਂ ਆਪਣੀ ਸਾਹਿਤ ਅਕੈਡਮੀ ਲੁਧਿਆਣਾ ਹੈਗੀ ਆ ਜਾਂ ਹੋਰ ਅਕੈਡਮੀਆਂ ਚੱਲਦੀਆਂ, ਉਹਨਾਂ ਨੂੰ ਵੀ ਸਰਕਾਰੀ ਤੌਰ 'ਤੇ ਕੋਈ ਮਾਲੀ ਮਦਦ ਨਹੀਂ ਦਿੱਤੀ ਜਾਂਦੀ, ਪਰ ਜਿਹੜੇ ਵਿਦੇਸ਼ਾਂ 'ਚ ਜੁੜੇ ਹੋਏ ਸਾਹਿਤਕਾਰ ਹੈ ਜਾਂ ਹੋਰ ਹੈਗੇ ਜਾਂ ਮੰਨ ਲਓ ਇਹਨਾਂ ਨੇ ਹੁਣ ਮੰਨ ਲਓ ਜਿੰਨੇ ਵੀ ਮੈਂਬਰ ਬਣਾਏ ਆ ਉਹਨਾਂ ਦਾ ਇੱਕ ਮੰਨ ਲਓ ਉਹਨਾਂ ਵਾਸਤੇ ਇੱਕ ਫੀਸ ਨਿਰਧਾਰਿਤ ਕੀਤੀ ਜਾਵੇ ਵੀ ਇੰਨੇ ਪੈਸੇ ਅਸੀਂ ਉਹਨਾਂ ਤੋਂ ਲੈਣੇ ਆ। ਤੇ ਇਸ ਦੇ ਨਾਲ ਹੀ ਹੋਰ ਵੀ ਜਿਹੜੀਆਂ ਹੈਗੀਆਂ ਸੰਸਥਾਵਾਂ ਜਿਹੜੀਆਂ ਕਿ ਸਾਹਿਤ 'ਚ ਰੁਚੀ ਰੱਖਦੀਆਂ ਜਾਂ ਸਾਹਿਤ ਦੇ ਫੈਲਾਅ ਵਾਸਤੇ ਕੰਮ ਕਰਨਾ ਚਾਹੁੰਦੀਆਂ, ਉਹਨਾਂ ਨਾਲ ਵੀ ਤਾਲਮੇਲ ਕਰਕੇ ਉਹਨਾਂ ਦੀ ਵੀ ਮਦਦ ਲਈ ਜਾ ਸਕਦੀ ਆ। ਤੇ ਜਿਹੜੇ ਅਕਾਦਮਿਕ ਕੰਮ ਕਰਨੇ ਸ਼ੁਰੂ ਕਰਨੇ ਆ ਤੇ ਉਹਨਾਂ ਬਾਰੇ ਵੀ ਵੱਡੇ ਪੱਧਰ 'ਤੇ ਵਿਚਾਰ ਵਟਾਂਦਰਾ ਹੋਣਾ ਚਾਹੀਦਾ ਹੈ। ਜਿੰਨੇ ਲੋਕਲ ਸਾਹਿਤਕਾਰ ਹੈ ਜਾਂ ਹੋਰ ਸੰਸਥਾਵਾਂ ਹੈਗੀਆਂ ਆਪਣੀਆਂ ਖੇਤਰ ਦੀਆਂ ਜਾਂ ਰਾਜਨੀਤਿਕ ਲੋਕ ਹੈ ਜਾਂ ਧਾਰਮਿਕ ਲੋਕ ਹੈ, ਉਹਨਾਂ ਨੂੰ ਵੀ ਇਸ ਜਿਹੜੀ ਹੈਗੀ ਆ ਸੰਸਥਾ ਨਾਲ ਜੋੜਨਾ ਚਾਹੀਦਾ ਹੈ। ਜਿਵੇਂ ਸ਼ੇਖਪੁਰੀਆ ਜੀ ਕਹਿੰਦੇ ਵੀ ਇੱਕ ਕਿਤਾਬ ਜਿਹੜੀ ਛਪੀ ਹੋਣੀ ਚਾਹੀਦੀ ਹੈ ਸਾਹਿਤਕਾਰ ਦੀ, ਚਲੋ ਲੁਧਿਆਣਾ ਵਾਲੀ ਅਕੈਡਮੀ ਦਾ ਵੀ ਇਹੀ ਜਿਹੜਾ ਹੈਗਾ ਆਪਣੇ ਵਿਧਾਨ 'ਚ ਸ਼ਰਤ ਰੱਖੀ ਹੋਈ ਆ ਉਹਨਾਂ ਨੇ ਵੀ, ਤੇ ਹੋਰ ਜਿਹੜੀਆਂ ਅਕੈਡਮੀਆਂ ਉਹ ਆਪਦੇ ਮੈਂਬਰ ਬਣਾਉਂਦੀਆਂ ਉਹਨਾਂ ਦੀ ਵੀ ਇਹੀ ਸ਼ਰਤ ਹੁੰਦੀ ਹੈ। ਜਿਹੜੇ ਪੱਤਰਕਾਰ ਹੈ ਜੇ ਉਹ ਆਪਦਾ ਅਥਾਰਟੀ ਲੈਟਰ ਦੇਣ ਪੰਜਾਬੀ ਪੱਤਰਕਾਰੀ ਵਾਸਤੇ ਕੰਮ ਕਰਦੇ ਜਿਹੜੇ, ਤਾਂ ਉਹਨਾਂ ਨੂੰ ਵੀ ਮੈਂਬਰ ਲਿਆ ਜਾਣਾ ਚਾਹੀਦਾ ਹੈ। ਮੇਰਾ ਇਹ ਸੁਝਾਅ ਹੈ ਇਹਨਾਂ ਨੂੰ। ਤੇ ਉਹਨਾਂ ਦੀ ਕੋਈ ਰਚਨਾ ਛਪੀ ਹੈ ਜਾਂ ਨਹੀਂ ਛਪੀ ਉਹਦਾ ਨਾਲ ਕੋਈ ਮਤਲਬ ਨਹੀਂ, ਕਿਉਂਕਿ ਜਿਹੜਾ ਪੱਤਰਕਾਰ ਕੋਈ ਵੀ ਕੰਮ ਕਰਦਾ ਉਹ ਭਾਸ਼ਾ ਨਾਲ ਸਭ ਤੋਂ ਨੇੜੇ ਹੁੰਦਾ ਹੈ, ਉਹ ਰੋਜ਼ ਜੁੜਦਾ ਹੈ ਭਾਸ਼ਾ ਨਾਲ। ਜਾਂ ਚੈਨਲਾਂ ਦੇ ਪੱਤਰਕਾਰ ਵੀ ਆ, ਉਹ ਵੀ ਮਤਲਬ ਉਹਨਾਂ ਦਾ ਵੀ ਜਿਹੜਾ ਹੈਗਾ ਇਹਦੇ ਵਿੱਚ ਅਸੀਂ ਉਹਨਾਂ ਨੂੰ ਵੀ ਮੈਂਬਰ ਲੈ ਸਕਦੇ ਹਾਂ, ਕੋਈ ਵੱਡੀ ਗੱਲ ਨਹੀਂ, ਕਿਉਂਕਿ ਉਹਨਾਂ ਦਾ ਵੀ ਭਾਸ਼ਾ ਨਾਲ ਜਾਂ ਉਸ ਨਾਲ ਰੋਜ਼ ਦਾ ਹੀ ਵਾਹ ਵਾਸਤਾ ਹੁੰਦਾ ਹੈਗਾ। ਤੇ ਬਾਕੀ ਜਿਹੜਾ ਹੈਗਾ ਵਿਚਾਰ ਵਟਾਂਦਰੇ ਤੋਂ ਬਾਅਦ ਇਸ 'ਤੇ ਜਿਹੜਾ ਹੈਗਾ ਗੌਰ ਕੀਤੀ ਜਾਊਗੀ। ਤੇ ਇਹਦੇ ਨਾਲ ਹੀ ਮੈਂ ਇਹ ਵੀ ਸੁਝਾਅ ਦਿੰਦਾ ਵੀ ਇਹਦੇ ਵੱਲੋਂ ਜਿਹੜਾ ਹੈਗਾ ਨਾ ਵੀ ਹਰ ਸਾਲ ਜਿਹੜੀ ਹੈਗੀ ਆ ਇੱਕ ਜਾਂ ਦੋ ਕਿਤਾਬਾਂ, ਇੱਕ ਵਾਰਤਕ ਦੀ ਤੇ ਇੱਕ ਜਿਹੜੀ ਹੈਗੀ ਆ ਕਵਿਤਾ ਦੀ, ਉਹ ਅਕੈਡਮੀ ਵੱਲੋਂ ਛਾਪੀਆਂ ਜਾਣ। ਉਹਦੇ ਵਾਸਤੇ ਅਸੀਂ ਆਪਦੇ ਨਿੱਜੀ ਤੌਰ 'ਤੇ ਫੰਡ ਕਰੀਏ, ਨਾ ਕਿ ਕਿਸੇ ਅਸੀਂ ਜਿਹੜੇ ਜਿਨ੍ਹਾਂ ਦੀਆਂ ਰਚਨਾਵਾਂ ਉਹਨਾਂ ਨੂੰ ਕਹੀਏ ਵੀ ਯਾਰ ਸਾਨੂੰ ਤੁਸੀਂ ਪੈਸੇ ਦਿਓ, ਫਿਰ ਨਹੀਂ ਕਰਨਾ। ਅਸੀਂ ਉਹ ਮੈਂ ਕਹਿਣਾ ਵੀ ਹਰ ਸਾਲ ਚਾਹੇ ਅਸੀਂ ਕਿਤੋਂ ਵੀ ਫੰਡ ਲੈ ਲਈਏ, ਕਿਵੇਂ ਵੀ ਕਰੀਏ, ਦੋ ਕਿਤਾਬਾਂ ਅਸੀਂ ਹਰ ਸਾਲ ਜ਼ਰੂਰ ਛਾਪਿਆ ਕਰਾਂਗੇ, ਇੱਕ ਵਾਰਤਕ ਦੀ, ਇੱਕ ਕਵਿਤਾ ਦੀ। ਬਹੁਤ ਧੰਨਵਾਦ ਭੁਪਿੰਦਰ ਜੀ ਦਾ। ਤੇ ਮੈਂ ਇਹਨਾਂ ਦੀ ਗੱਲ ਤੋਂ ਅੱਗੇ ਇਹਨੂੰ ਪ੍ਰੋੜਤਾ ਕਰਦਿਆਂ ਕਿ ਪੱਤਰਕਾਰਾਂ ਦੇ ਵਿੱਚੋਂ ਵੀ ਸਾਡੇ ਬਹੁਤ ਹੀ ਸਤਿਕਾਰਯੋਗ ਸਾਥੀ ਜਿਨ੍ਹਾਂ ਦੀ ਇੱਕ ਇੱਕ ਪੁਸਤਕ ਵੀ ਛਪੀ ਹੈ, ਉਹਨਾਂ ਨੂੰ ਵੀ ਇਹਦੇ ਵਿੱਚ ਨਾਮਜ਼ਦ ਕੀਤਾ ਗਿਆ ਹੈ। ਪਰ ਇਹ ਨਹੀਂ ਕਿ ਕਿਸੇ ਨੂੰ ਵੀ ਛੱਡਿਆ ਗਿਆ ਹੋਵੇ ਜਿਹੜਾ ਗੁਰੂ ਕਾਸ਼ੀ ਸਾਹਿਤ ਅਕੈਡਮੀ ਦੇ ਗਰੁੱਪ 'ਚ ਜੋੜ ਲਿਆ ਗਿਆ ਹੋਵੇ, ਜਾਂ ਜਿਹਨੂੰ ਅਸੀਂ ਕਹਿਤਾ ਕਿ ਆਪਦੀ ਉਹ ਨਿੱਜੀ ਤੇ ਮੁੱਢਲੀ ਜਾਣਕਾਰੀ ਜਿਹੜੀ ਹੈ ਯੋਗਤਾ ਦੀ ਸਾਹਿਤਕ ਜਾਂ ਕੋਈ ਵੀ, ਉਹ ਕਈ ਸਾਥੀਆਂ ਦੀ ਉਹ ਨਹੀਂ ਆਈ ਸੀ। ਇਸ ਲਈ ਸਾਨੂੰ ਉਹਦੇ 'ਚ ਦਿੱਕਤ ਆਉਂਦੀ ਸੀ, ਕਿਸੇ ਦੀ ਉਮਰ ਲਿਖਣ 'ਚ, ਕਿਸੇ ਦੀ ਯੋਗਤਾ ਲਿਖਣ 'ਚ, ਕਿਸੇ ਦੀ ਕੋਈ ਕਿਤਾਬ ਮੈਨੂੰ ਇਹ ਨਹੀਂ ਸੀ ਪਤਾ ਕਿ ਇੱਕ ਛਪੀ ਹੈ ਕਿ ਦੋ ਛਪੀਆਂ, ਮੈਂ ਇੱਕ ਲਿਖਦਿਆਂ ਤੇ ਅਗਲੇ ਦੀਆਂ ਦੋ ਛਪੀਆਂ ਹੋਣ। ਤਾਂ ਇਹ ਸਾਰੀ ਗੱਲ ਹੁਣ ਦਰਸ਼ਨ ਭੰਮੇ ਜੀ ਤੁਹਾਨੂੰ ਇਹ ਲਿਸਟ ਵੀ ਪੜ੍ਹਨਗੇ ਜਿਹੜੇ ਹੋਰ ਮੈਂਬਰ ਇਹਦੇ ਵਿੱਚ ਨਾਲ ਹੀ ਨਾਲ ਨਾਮਜ਼ਦ ਕੀਤੇ ਨੇ। ਔਰ ਜਿਹੜੀ ਅਸੀਂ ਕਾਰਜਕਾਰਨੀ ਦੀ ਸਿਲੈਕਸ਼ਨ ਕੀਤੀ ਹੈ ਉਹ ਤਾਂ ਬਹੁਤ ਹੀ ਇੱਕ ਤੀਰ ਨਾਲ 5 ਨਿਸ਼ਾਨੇ ਮਾਰੇ ਗਏ ਨੇ।
ਕਿ ਜਿਵੇਂ ਗੁਰੂ ਕਾਸ਼ੀ ਯੂਨੀਵਰਸਿਟੀ ਚੋਂ ਬੰਦਾ ਲਿਆ ਗਿਆ ਹੈ, ਉਸ ਦੀ ਪੁਸਤਕ ਆਪ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਪੜ੍ਹਨ ਲਈ ਲੱਗੀ ਹੈ, ਇਵੇਂ ਅਕਾਲ ਯੂਨੀਵਰਸਿਟੀ ਦੇ ਮਾਰਫਤ ਬੰਦਾ ਲਿਆ ਗਿਆ ਹੈ, ਇਵੇਂ ਪੰਜਾਬੀ ਯੂਨੀਵਰਸਿਟੀ ਕੈਂਪਸ ਚੋਂ ਪ੍ਰੋਫੈਸਰ ਸੁਸ਼ੀਲ ਕੁਮਾਰ ਜੀ ਨੂੰ ਲਿਆ ਗਿਆ ਹੈ। ਇਸ ਤਰ੍ਹਾਂ ਇਹ ਨਹੀਂ ਹੈ ਕਿ ਕਿਸੇ ਬੰਦੇ ਦਾ ਵਿਅਕਤੀ ਵਿਸ਼ੇਸ਼ ਇੱਕ ਗੁਣ ਦੇਖਿਆ ਗਿਆ, ਉਸ ਨਾਲ 5 ਨਿਸ਼ਾਨੇ ਗੁਰੂ ਕਾਸ਼ੀ ਸਾਹਿਤ ਅਕੈਡਮੀ ਦੇ ਪੂਰਨ ਹੁੰਦੇ ਵੀ ਅਸੀਂ ਪੂਰੇ ਕੀਤੇ ਨੇ, ਮਤਲਬ ਕਿ 5 ਪਾਸਿਆਂ ਤੋਂ ਪੂਰਨ ਹੋ ਜੇ ਉਹ। ਤਾਂ ਮੈਂ ਇਹ ਕਹਿਣਾ ਚਾਹੁੰਦਾ ਕਿ ਜਿਵੇਂ ਸਾਡੇ ਕੋਲ ਹੀ ਬੈਠੇ ਨੇ ਜਗਦੀਪ ਗਿੱਲ ਜੀ, ਇਹਨਾਂ ਦੀ ਦਾਣੇ ਮੁੱਕਦੇ ਜਾਂਦੇ ਆ, ਇੱਕ ਪੁਸਤਕ ਹੈ ਤੇ ਇਹ ਪੱਤਰਕਾਰਤਾ ਦੇ ਵਿੱਚ ਗੁਰਪ੍ਰੇਮ ਲਹਿਰੀ ਦੇ ਨਾਲ ਬਕਾਇਦਾ ਪੱਤਰਕਾਰ ਲਏ ਗਏ ਤੇ ਉਹ ਦਰਸ਼ਨ ਭੰਮੇ ਜੀ ਸਕੱਤਰ ਗੁਰੂ ਕਾਸ਼ੀ ਸਾਹਿਤ ਅਕੈਡਮੀ ਦਮਦਮਾ ਸਾਹਿਬ ਇਹ ਲਿਸਟ ਮੈਂਬਰਾਂ ਦੀ ਪੜ੍ਹ ਦੇਣ ਤੇ ਦੂਜੀ ਗੱਲ ਫਿਰ ਅਸੀਂ ਕਨਕਲੂਡ ਕਰ ਦਿਆਂਗੇ। ਜੋ ਗੁਰੂ ਕਾਸ਼ੀ ਸਾਹਿਤ ਅਕਾਦਮੀ ਦਮਦਮਾ ਸਾਹਿਬ ਦੇ ਮੈਂਬਰ ਲਏ ਗਏ ਨੇ, ਉਹਨਾਂ ਦੇ ਨਾਮ ਜਿਹੜੇ ਬੜੇ ਸਤਿਕਾਰ ਨਾਲ ਤੁਹਾਡੇ ਸਾਹਮਣੇ ਪੇਸ਼ ਕਰ ਰਹੇ ਹਾਂ। ਪ੍ਰੋਫੈਸਰ ਵੀਰਵਾਰ ਕੌਰ ਜੀ, ਬਹੁਤ ਹੀ ਸਤਿਕਾਰਯੋਗ ਜਗਦੀਪ ਗਿੱਲ ਜੀ, ਸੁਰਿੰਦਰਪਾਲ ਸਾਥੀ ਜੀ, ਗੁਰਜੰਟ ਸੋਹਲ ਜੀ, ਜਸਵੀਰ ਸਿੱਧੂ ਜੀ, ਜਗਤਾਰ ਕਾਲਿਆਂਵਾਲੀ, ਪ੍ਰੀਤ ਕੈਥ, ਨਿਰਮਲ ਵਿਗਿਆਨੀ, ਮਤਵਾਲਾ ਸਿੰਘ, ਗੁਰਮਿਤ ਨੌਰਿੰਗ, ਕਮਰਜੀਤ ਸਿੰਘ, ਕੁਲਦੀਪ ਸਿੰਘ ਦੀਪ, ਸੁਖਦੀਪ ਸਿੰਘ ਰਾਏਪੁਰ, ਗੁਰਨੀਤ ਕੌਰ ਬਰਾੜ, ਰਾਜੂ ਜਾਲਪ, ਸੋਨਮ ਕੱਲਰ, ਸੁਖ ਘੁੰਮਣ, ਹਰਿੰਦਰ ਕੌਰ ਸ਼ੇਖਪੁਰਾ, ਇਹ ਸਾਰੇ ਜਿਹੜੇ ਨੇ ਸਾਡੇ ਇਸ ਗੁਰੂ ਕਾਸ਼ੀ ਸਾਹਿਤ ਅਕਾਦਮੀ ਦਮਦਮਾ ਸਾਹਿਬ ਦੇ ਮੈਂਬਰ ਨੇ। ਤੇ ਇਹਨਾਂ ਤੋਂ ਸਾਰਿਆਂ ਤੋਂ ਹੀ ਆਸ ਕੀਤੀ ਜਾਂਦੀ ਹੈ ਕਿ ਇਹ ਸਾਡੇ ਨਾਲ ਮੋਢਾ ਜੋੜ ਕੇ ਅਸੀਂ ਜੋ ਸਾਡਾ ਅਸੀਂ ਨਿਸ਼ਾਨਾ ਲੈ ਕੇ ਚੱਲੇ ਹਾਂ ਉਸ ਨੂੰ ਪੁਰ ਕਰਨ ਲਈ ਸਾਡੇ ਨਾਲ ਸਾਥ ਦੇਣਗੇ। ਉਹ ਸਾਹਿਤ ਅਕਾਦਮੀ ਦੀਆਂ ਜਿੱਥੇ ਬਹੁਤ ਸਾਰੀਆਂ ਜਿਹੜੇ ਮਦ ਨੇ, ਜਿਹੜੇ ਨਿਸ਼ਾਨੇ ਨੇ, ਉਹ ਅਸੀਂ ਫਿਕਸ ਕੀਤੇ ਆ। ਉਹਦੇ ਵਿੱਚ ਮੈਂ ਥੋੜ੍ਹੀ ਜਿਹੀ ਗੱਲ ਹੋਰ ਕਰਨੀ ਚਾਹਾਂਗਾ ਕਿ ਸਾਹਿਤ ਅਕਾਦਮੀ ਹੈ ਜੋ ਅਸੀਂ ਸਥਾਪਿਤ ਕਰਨ ਕੀਤੀ ਹੈ ਅੱਜ, ਉਹਦਾ ਇੱਕ ਮਨੋਰਥ ਇਹ ਵੀ ਹੈ ਕਿ ਅਸੀਂ ਕੋਸ਼ਿਸ਼ ਕਰਾਂਗੇ ਕਿ ਸਕੂਲਾਂ ਦੇ ਵਿੱਚ ਵੀ ਇੱਕ ਟੀਮ ਬਣਾ ਕੇ ਅਸੀਂ ਜਾਵਾਂਗੇ ਤੇ ਉੱਥੋਂ ਜਿਹੜੀਆਂ ਨਵੀਆਂ ਕਲਮਾਂ ਉੱਭਰਦੇ ਜਿਹੜੇ ਲਿਖਾਰੀ ਨੇ ਉੱਥੇ ਪੈਦਾ ਕਰਨ ਦੀ ਕੋਸ਼ਿਸ਼ ਕਰਾਂਗੇ, ਤਾਂ ਕਿ ਜਿਹੜੇ ਨਵੇਂ ਬੱਚੇ ਨੇ ਉਹਨਾਂ ਨੂੰ ਪਤਾ ਲੱਗ ਜੇ ਕਵਿਤਾ ਕੀ ਰਚਨੀ ਆ, ਕਹਾਣੀ ਕੀ ਹੁੰਦੀ ਹੈ, ਵਾਰਤਕ ਵਿੱਚ ਕਿਵੇਂ ਲਿਖਣਾ ਗਾ, ਸੰਦਾਬੰਦੀ ਕਿਹਨੂੰ ਕਹਿੰਦੇ ਨੇ, ਜਿਹੜੀਆਂ ਸਾਡੀਆਂ ਵਿਧਾਵਾਂ ਸਾਥੋਂ ਵਿਸਰਦੀਆਂ ਜਾਂਦੀਆਂ ਨੇ, ਉਹਨਾਂ ਨੂੰ ਪ੍ਰਮੋਟ ਕਰਨ ਦਾ ਵੱਡਾ ਜਿਹੜਾ ਸਟੇਜ ਹੈ ਮੈਂ ਸਮਝਦਾ ਉਹ ਇੱਕ ਸਕੂਲ ਹੈ। ਸਕੂਲ ਇੱਕ ਬਹੁਤ ਵੱਡਾ ਸਟੇਜ ਸਾਨੂੰ ਮਿਲਦਾ ਹੈਗਾ, ਉਹਦੇ ਉੱਤੇ ਜਾ ਕੇ ਬੱਚਿਆਂ ਨਾਲ ਗੱਲਾਂ ਸਾਂਝੀਆਂ ਕੀਤੀ ਜਾਂਦੀਆਂ। ਤੇ ਮੈਂ ਪ੍ਰਧਾਨ ਜੀ ਨੂੰ, ਹਰਗੋਬਿੰਦ ਸ਼ੇਖਪੁਰੀਆ ਸਾਹਿਬ ਨੂੰ ਤੇ ਜਨਰਲ ਸਕੱਤਰ ਪੰਨੀਆਂਵਾਲੀ ਸਾਹਿਬ ਨੂੰ ਵੀ ਇਹ ਬੇਨਤੀ ਕਰਾਂਗੇ ਕਿ ਇਹੋ ਜਿਹੀ ਮਦਦ ਵੀ ਅਸੀਂ ਇਸ ਸਾਹਿਤ ਅਕਾਦਮੀ ਵਿੱਚ ਇੰਟਰ ਕਰਾਂਗੇ ਕਿ ਅਸੀਂ ਸਕੂਲਾਂ ਵਿੱਚ ਇੱਕ ਟੀਮ ਬਣਾ ਕੇ ਜਾਵਾਂਗੇ। ਉਹਨਾਂ ਤੋਂ ਬਕਾਇਦਾ ਟਾਈਮ ਲੈ ਕੇ ਬੱਚਿਆਂ ਦੇ ਵਿੱਚ ਅਸੀਂ ਇਹ ਚੇਤਨਾ ਪੈਦਾ ਕਰਾਂਗੇ, ਉਹਨਾਂ ਦਾ ਇੰਟਰਸਟ ਬਣਾਵਾਂਗੇ ਕਿ ਕਿਵੇਂ ਲਿਖਾਰੀ ਬਣੀਦਾ, ਕਿਵੇਂ ਗੱਲਾਂ ਕਰੀਦੀਆਂ, ਕਿਵੇਂ ਸ਼ਿਸ਼ਟਾਚਾਰ ਦੇ ਵਿੱਚ ਰਹਿਣਾ। ਇਹ ਸਾਹਿਤ ਅਕਾਦਮੀ ਦਾ ਇੱਕ ਵੱਖਰਾ ਕੁਛ ਹੈ ਤੇ ਸਾਰੇ ਮੈਂਬਰਾਂ ਦੀ ਇਹੀ ਸੋਚ ਹੈ ਕਿ ਸਾਹਿਤ ਅਕਾਦਮੀਆਂ ਜਿਹੜੀਆਂ ਪਹਿਲਾਂ ਕੰਮ ਕਰ ਰਹੀਆਂ ਨੇ, ਇਹ ਬਣਾਉਣ ਦਾ ਇਹੀ ਨਿਸ਼ਾਨਾ ਕਿ ਉਹਨਾਂ ਨਾਲੋਂ ਹਟ ਕੇ ਥੋੜ੍ਹਾ ਜਿਹਾ ਉਹ ਕੰਮ ਕੀਤਾ ਜਾਵੇ ਜਿਹੜਾ ਉਹ ਹਜੇ ਫਿਲਹਾਲ ਨਹੀਂ ਕਰ ਰਹੇ। ਸੋ ਇਹ ਆਸ ਨਾਲ ਅਸੀਂ ਇਹ ਅਕਾਦਮੀ ਬਣਾਈ ਹੈ ਕਿ ਸਾਹਿਤ ਦੀ, ਪੰਜਾਬੀ ਮਾਂ ਬੋਲੀ ਦੀ ਤੇ ਬੱਚਿਆਂ ਵਿੱਚ ਗਾਇਬ ਹੋ ਰਹੇ ਸ਼ਿਸ਼ਟਾਚਾਰ ਨੂੰ ਪੈਦਾ ਕਰਨ ਲਈ ਅਸੀਂ ਹੰਬੜਾ ਮਾਰਾਂਗੇ। ਤੇ ਸਾਰੇ ਮੈਂਬਰਾਂ ਦਾ ਤੇ ਚੁਣੀ ਗਈ ਕਮੇਟੀ ਦਾ ਬਹੁਤ ਬਹੁਤ ਧੰਨਵਾਦ। ਬਹੁਤ ਹੀ ਸਤਿਕਾਰ ਸਹਿਤ ਦੱਸਿਆ ਇਹਨਾਂ ਨੇ, ਪਰ ਮੈਂ ਇੱਥੇ ਵੇਰਵੇ ਨਾਲ ਇਹ ਗੱਲ ਤੁਹਾਡੇ ਸਾਹਮਣੇ ਕਰਨਾ ਚਾਹੁੰਦਾ ਕਿ ਇਹ ਜੋ ਵੀ ਪਹਿਲਾਂ ਗੁਰੂ ਕਾਸ਼ੀ ਸਾਹਿਤ ਸਭਾ ਤਲਵੰਡੀ ਸਾਬੋ ਹੈ, ਪੰਜਾਬੀ ਸਾਹਿਤ ਸਭਾ ਕਾਲਿਆਂਵਾਲੀ ਹੈ, ਦਮਦਮਾ ਸਾਹਿਬ ਸਾਹਿਤ ਸਭਾ ਤਲਵੰਡੀ ਸਾਬੋ ਹੈ, ਪੰਜਾਬੀ ਸਾਹਿਤ ਸਭਾ ਬਠਿੰਡਾ ਹੈ, ਪੇਂਡੂ ਸਾਹਿਤ ਸਭਾ ਬਾਲਿਆਂਵਾਲੀ ਹੈ, ਮਾਲਵਾ ਪੰਜਾਬੀ ਸਾਹਿਤ ਸਭਾ ਰਾਮਪੁਰਾ ਫੂਲ ਹੈ, ਜਾਂ ਇਸ ਤਰ੍ਹਾਂ ਦੀਆਂ ਤਮਾਮ ਜਿਹੜੀਆਂ ਪਹਿਲਾਂ ਰਜਿਸਟਰਡ ਸਭਾਵਾਂ ਹਨ, ਇਹ ਉਹਨਾਂ ਵਿੱਚੋਂ ਹੀ ਜਿਨ੍ਹਾਂ ਦੀਆਂ ਇੱਕ ਜਾਂ ਇੱਕ ਤੋਂ ਵੱਧ ਕਿਤਾਬਾਂ ਛਪੀਆਂ, ਉਹਨਾਂ ਦੇ ਵਿੱਚੋਂ 94 ਬੰਦਿਆਂ ਨੂੰ ਹਜੇ ਫਿਲਹਾਲ ਇਸ ਦੀ ਮੁੱਢਲੀ ਜਿਹੜੀ ਛੱਤ ਪਈ ਹੈ ਉਹਦੇ 'ਚ 52 ਥੰਮਾਂ ਦਾ ਸਹਾਰਾ ਦੇ ਕੇ ਉਹ ਛੱਤ ਪਾਈ ਗਈ ਹੈ। ਇਹਦੇ ਵਿੱਚ ਸੈਂਕੜੇ ਨਹੀਂ ਹਜ਼ਾਰਾਂ ਹੋਰ ਲੋਕ, ਇਹ ਸਾਰੇ ਜਿੰਨੇ ਮੈਂਬਰ ਹੈ, ਕਾਰਜਸ਼ੀਲ ਹੋ ਕੇ ਆਪਣੇ ਨਾਲ ਦੇ ਸਾਥੀਆਂ ਨੂੰ, ਆਪਣੇ ਬੰਦਿਆਂ ਨੂੰ ਪ੍ਰੋਪਰ ਵਿਧੀਵਤ ਤੌਰ ਤੇ ਆਉਂਦੇ ਸਮੇਂ ਲਈ ਜੋੜਦੇ ਰਹਿਣਗੇ। ਔਰ ਇਹ ਸੈਂਕੜੇ ਨਹੀਂ, ਇਹ ਹਜ਼ਾਰਾਂ ਇਸ ਦੇ ਮੈਂਬਰ ਬਣ ਜਾਣਗੇ ਗੁਰੂ ਕਾਸ਼ੀ ਸਾਹਿਤ ਅਕੈਡਮੀ ਦਮਦਮਾ ਸਾਹਿਬ ਦੇ। ਭੁਪਿੰਦਰ ਜੀ ਦੀ ਗੱਲ ਨੂੰ ਵੱਡੀ ਕਰਦਿਆਂ ਮੈਂ ਇਹ ਕਹਿਣਾ ਚਾਹੁੰਦਾ ਕਿ ਵਿਦੇਸ਼ਾਂ ਦੇ ਵਿੱਚੋਂ ਜਿੱਥੇ ਤਰਨਦੀਪ ਬਿਲਾਸਪੁਰ ਜੀ ਨੂੰ ਵਿਦੇਸ਼ ਦਾ ਮੀਤ ਪ੍ਰਧਾਨ ਥਾਪਿਆ ਜਾ ਚੁੱਕਿਆ ਹੈ, ਉਹਨਾਂ ਦੀ ਸਹਿਮਤੀ ਆ ਗਈ ਹੈ,
ਇਵੇਂ ਜਿਵੇਂ ਮੰਗਤ ਕੁਲਜਿੰਦ ਜੀ ਅਮਰੀਕਾ ਤੋਂ ਜਿਹੜੇ ਸਾਡੇ ਸ਼ਬਦ ਤ੍ਰਿੰਜਣ ਦੇ ਸੰਪਾਦਕ ਹੈ, ਉਹ ਮਤਲਬ ਵਿਦੇਸ਼ ਪ੍ਰਚਾਰ ਪ੍ਰੈਸ ਸਕੱਤਰ ਥਾਪੇ ਜਾ ਚੁੱਕੇ ਨੇ, ਉਹ ਅਮਰੀਕਾ ਨੂੰ। ਇਵੇਂ ਜਿਵੇਂ ਡਾਕਟਰ ਸੁਰਿੰਦਰ ਸਿੰਘ ਜੀ ਮਤਲਬ ਉਹ ਅਮਰੀਕਾ ਤੋਂ, ਉਹਨਾਂ ਦੇ ਮਿਸਿਜ ਰਜਿੰਦਰ ਕੌਰ, ਉਹਨਾਂ ਦੀ ਸਹਿਮਤੀ ਮੈਂ ਲੈ ਰਿਹਾਗਾ। ਜਿੰਨਾ ਚਿਰ ਕਿਸੇ ਦੀ ਸਹਿਮਤੀ ਨਹੀਂ ਆਵੇਗੀ ਅਸੀਂ ਨਹੀਂ ਉਸ ਨੂੰ ਐਡ ਕਰ ਸਕਦੇ, ਪਰ ਉਹਨਾਂ ਦੀ ਬਹੁਤ ਛੇਤੀ ਸਹਿਮਤੀ ਆ ਰਹੀ ਹੈ। ਅਸੀਂ ਅਮਰੀਕਾ 'ਚ ਉਹਨਾਂ ਲੋਕਾਂ ਨੂੰ ਐਸੋਸੀਏਟ ਮੈਂਬਰ ਬਣਾ ਰਹੇ ਹਾਂ। ਇਵੇਂ ਜਿਵੇਂ ਆਸਟ੍ਰੇਲੀਆ ਤੋਂ ਭੁਪਿੰਦਰ ਪੰਨੀਵਾਲੀਆ ਜੀ ਦੀ ਡਿਊਟੀ ਲੱਗੀ ਹੈ, ਔਰ ਇਹ ਅੱਜ ਹੀ ਸ਼ਾਇਦ ਉੱਥੋਂ ਦੇ ਲੋਕਾਂ ਨਾਲ ਸੰਪਰਕ ਕਰਕੇ ਆਸਟ੍ਰੇਲੀਆ ਤੋਂ ਉਹਨਾਂ ਮੈਂਬਰਾਂ ਨੂੰ ਐਸੋਸੀਏਟ ਮੈਂਬਰ ਅਸੀਂ ਨਾਮਜ਼ਦ ਕਰਨ ਜਾ ਰਹੇ ਹਾਂ। ਔਰ ਇਵੇਂ ਜਿਵੇਂ ਇਟਲੀ ਤੋਂ, ਜਾਪਾਨ ਤੋਂ, ਵੱਖ-ਵੱਖ ਥਾਂ ਜਿੱਥੇ ਕਿਤੇ ਵੀ ਤੁਹਾਡਾ, ਮੇਰੇ ਵੀਰਾਂ ਦਾ, ਸਾਹਿਤਕਾਰਾਂ ਦਾ, ਪੱਤਰਕਾਰਾਂ ਦਾ ਜਿੱਥੇ ਕੋਈ ਲਿੰਕ ਹੈ, ਉਹਨਾਂ ਲੋਕਾਂ ਨੂੰ ਜੋੜਨ ਦਾ ਸੁਭਾਗ ਪ੍ਰਾਪਤ ਤੁਸੀਂ ਕਰੋ। ਇਹ ਚੀਜ਼ ਨੂੰ ਆਪਾਂ ਅੱਗੇ ਲੈ ਕੇ ਜਾਣਾ ਹੈ। ਤੇ ਮੈਂ 1 ਮਿੰਟ ਲਈ ਸਾਡੇ ਪ੍ਰਚਾਰ ਸਕੱਤਰ ਸੁਖਮੰਦਰ ਸਿੰਘ ਜੀ ਭਾਗੀਬੰਦਰ ਨੂੰ ਕਹਾਂ ਕਿ ਉਹ ਵੀ 1 ਮਿੰਟ ਲਈ ਇਸ ਨੂੰ ਕਨਕਲੂਡ ਕਰ ਦੇਣ। ਲੰਮਾ ਲੈਕਚਰ ਹੁਣ ਅਸੀਂ ਨਹੀਂ ਉਹ ਬਹੁਤਾ ਕਰ ਸਕਦੇ ਪਲੀਜ਼, ਤੇ ਇਹ ਹੁਣ ਲੇਟ ਆਏ ਥੋੜ੍ਹਾ ਜਿਹਾ, ਇਹਨਾਂ ਨੂੰ ਮੈਂ ਬੇਨਤੀ ਕਰਾਂ। ਗੁਰੂ ਕਾਸ਼ੀ ਸਾਹਿਤ ਅਕੈਡਮੀ ਜੋ ਪਿੱਛੇ ਲੰਬੇ ਸਮੇਂ ਤੋਂ ਸਾਡੇ ਸਾਰੇ ਜਿਹੜੇ ਕਲਮਕਾਰ ਵੀਰ ਨੇ, ਉਹਨਾਂ ਦੇ ਮਨ ਦਾ ਇੱਕ ਸੁਪਨਾ ਸੀ ਕਿ ਜਿਤਨੇ ਵੱਡੇ ਸਥਾਨ 'ਤੇ ਸਾਨੂੰ ਪਰਮਾਤਮਾ ਨੇ ਜਨਮ ਦਿੱਤਾ ਹੈ, ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਧਰਤੀ ਇਹ ਸਾਹਿਤ ਦਾ ਇੱਕ ਖਜ਼ਾਨਾ ਹੈ। ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਜਿਹੜੀ ਪੂਰਨ ਸੰਪਾਦਨਾ, ਜਿਸ ਬੀੜ ਨੂੰ ਅਸੀਂ ਅੱਜ ਗੁਰੂ ਮੰਨਦੇ ਹਾਂ, ਉਹਦਾ ਸੰਪੂਰਨਤਾ ਇੱਥੇ ਹੋਈ ਹੈ। ਉਸ ਤੋਂ ਬਾਅਦ ਦੇ ਵਿੱਚ ਜਾ ਕੇ ਨੰਦੇੜ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ ਦੀ ਧਰਤੀ ਉੱਤੇ ਜਾ ਕੇ ਗੁਰੂ ਥਾਪਿਆ ਗਿਆ। ਉਹਦੀਆਂ ਨਜ਼ਰਾਂ ਦੇ ਵਿੱਚ ਧਰਤੀ 'ਤੇ ਰਹਿਣ ਵਾਲਾ ਕੋਈ ਵੀ ਲੇਖ ਲਿਖਾਰੀ ਕਿਸੇ ਵੀ ਵਿਧਾ ਦੇ ਵਿੱਚੋਂ ਲਿਖਦਾ ਹੈ, ਉਹ ਸਾਰੇ ਇੱਕ ਸੰਸਥਾ ਬਣਾ ਕੇ ਕਿਸੇ ਥਾਂ 'ਤੇ ਕੇਂਦਰਿਤ ਹੋ ਕੇ ਜਿਹਨਾਂ ਨੂੰ ਬੈਠਣ ਦਾ, ਇੱਥੋਂ ਕੋਈ ਗਾਈਡਲਾਈਨ ਮਿਲਦਾ, ਕੋਈ ਦਿਸ਼ਾ ਨਿਰਦੇਸ਼ ਸੰਸਾਰ ਲੈਵਲ ਦਾ, ਅਸੀਂ ਇੱਕ ਐਸਾ ਸਿਧਾਂਤ ਲੋਕਾਂ ਦੇ ਵਿੱਚ ਲੈ ਕੇ ਜਾਈਏ ਕਿੱਥੋਂ ਮਨੁੱਖਤਾਵਾਦ ਪੈਦਾ ਹੋਵੇ। ਹਿਊਮਨਟੇਰੀਅਨ ਗਰਾਊਂਡ ਸਾਰਨ ਦੇ ਵਾਸਤੇ ਜੋ ਉਪਰਾਲਾ ਹਰਗੋਬਿੰਦ ਸ਼ਿਵਪੁਰੀਆ ਜੀ ਹੋਰਾਂ ਨੇ, ਪੰਨੀਵਾਲਾ ਸਾਹਿਬ, ਦੂਜੇ ਪਾਸੇ ਸਾਡੇ ਡਾਕਟਰ ਭੰਮੇ ਸਾਹਿਬ, ਗਿੱਲ ਸਾਹਿਬ, ਜਿੰਨੇ ਵੀ ਅਸੀਂ ਸਾਰੇ ਇੱਥੇ ਬੈਠੇ ਆ, ਇਹਨਾਂ ਦਾ ਜਿੰਨਾ ਵੀ ਯੋਗਦਾਨ ਜੋ ਸੁਪਨਾ ਇਹਨਾਂ ਦਿਮਾਗ ਦੇ ਵਿੱਚ ਹੈ, ਉਹਨੂੰ ਸਾਕਾਰ ਕਰਨ ਦੇ ਵਾਸਤੇ ਮੈਂ ਵੀ ਇਹਨਾਂ ਦੇ ਨਾਲ ਮਿਲ ਕੇ ਜੋ ਕੁਝ ਵੀ ਅਸੀਂ ਕਰ ਸਕਦੇ ਹਾਂ ਸੰਸਾਰ ਦੇ ਵਿੱਚ ਆਪਣੀ ਜ਼ਿੰਦਗੀ ਦੇ ਵਿੱਚੋਂ, ਕਿਉਂਕਿ ਕੋਈ ਪਤਾ ਨਹੀਂ ਸਫਨ ਦੀ ਪੂੰਜੀ ਹੈ ਕਦੋਂ ਕਿੱਥੇ ਰੁੱਸ ਜਾਣੀ ਹੈ, ਕਿੱਥੇ ਜਾ ਕੇ ਸਰੀਰ ਛੱਡ ਜਾਣਾ ਹੈ। ਜਿਤਨਾ ਸਮਾਂ ਅਸੀਂ ਉਹਨਾਂ ਨੂੰ ਵਾਧਦਾ ਹੈ, ਉਹ ਸਾਡੀ ਜਵਾਨੀ ਨੂੰ ਬਚਾਉਣ ਵਾਸਤੇ, ਸਾਡੇ ਬੱਚਿਆਂ ਨੂੰ ਸਾਹਿਤ ਸਭਾਵਾਂ ਨਾਲ ਜੋੜਨ ਦੇ ਵਾਸਤੇ, ਇਤਿਹਾਸ ਨਾਲ, ਵਿਰਾਸਤ ਨਾਲ ਜੋੜਨ ਦੇ ਵਾਸਤੇ, ਧਰਮ ਦੇ ਮੂਲ ਸਿਧਾਂਤਾਂ ਨਾਲ ਜੋੜ ਕੇ ਅਸੀਂ ਇੱਕ ਐਸਾ ਸਿਸਟਮ ਤਿਆਰ ਕਰਨ ਦੇ ਵਾਸਤੇ ਹਮਲਾ ਮਾਰਾਂਗੇ ਜਿਹਦੇ 'ਚ ਦੁਨੀਆ ਦਾ ਕੋਈ ਵੀ ਬੰਦਾ ਜਦੋਂ ਸਾਡੇ ਕੋਈ ਰਚਨਾ ਪੜ੍ਹੇਗਾ, ਸਾਡੇ ਨਾਲ ਸੰਪਰਕ ਕਰੇਗਾ, ਉਹ ਇੱਥੋਂ ਦੇ ਬਣ ਕੇ ਰਹਿ ਜਾਏਗਾ ਕਿ ਅੱਗੋਂ ਸਿਆਣੇ ਬੰਦੇ ਮੈਂ ਕਦੇ ਦੇਖੇ ਨਹੀਂ। ਇਹ ਸਾਡਾ ਸੰਕਲਪ ਹੈ। ਇਹਦੇ ਵਾਸਤੇ ਜਿੰਨਾ ਵੀ ਯੋਗਦਾਨ ਆਪਾਂ ਸਾਰੇ ਮਿਲ ਜੁਲ ਕੇ ਪਾ ਸਕਦੇ ਹਾਂ, ਉਹ ਧੰਨਵਾਦ ਦੇ ਪਾਤਰ ਹੋਣਗੇ। ਮੈਂ ਸਭ ਨੂੰ ਬਹੁਤ ਬਹੁਤ ਵਧਾਈ ਦਿੰਦਾ ਜੀ। ਥੈਂਕ ਯੂ ਵੈਰੀ ਮੱਚ। ਤੇ ਲੇਟ ਆਉਣ ਦੀ ਮੈਂ ਖਿਮਾ ਜਾਚਨਾ ਕਰਨਾ, ਮੈਂ ਮਜਬੂਰੀ ਸੰਗੇ ਚਾਹਾਂ। ਥੈਂਕ ਯੂ। ਇੱਕ ਸੈਕਿੰਡ